ਗੁਰ ਕੀ ਮਤਿ ਤੂੰ ਲੇਹ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇਹਨਾਂ ਦੋ ਪੰਕਤੀਆਂ ਦੇ ਵਿੱਚ ਭਗਤੀ ਦਾ ਸਾਰ ਹੈ। ਇਸ ਸਾਰ ਤੋਂ ਵਾਂਝੇ ਰਹਿ ਜਾਂਦੇ ਹਨ ਸਿਆਣੇ, ਕਿਉਂਕਿ ਸਿਆਣੇ ਭਗਤੀ ਤੋਂ ਹੀਣੇ ਰਹਿ ਜਾਂਦੇ ਹਨ। ਸਿਆਣਪ ਕਰਕੇ ਤੇ ਜਿਨ੍ਹਾਂ ਨੂੰ ਤੁਸੀਂ ਇਆਣੇ ਕਹਿ ਦਿੰਦੇ ਹੋ, ਬੇਸਮਝ ਕਹਿ ਦਿੰਦੇ ਹੋ, ਅਕਸਰ ਲੋਕ ਕਹਿੰਦੇ ਹਨ, ਉਹ ਲਾਹਾ ਲੈ ਜਾਂਦੇ ਹਨ, ਕਿਉਂਕਿ ਉਹ ਗੁਰਮੁਖ ਹੋ ਜਾਂਦੇ ਹਨ। ਇਹਨਾਂ ਪੰਕਤੀਆਂ ਦੁਆਰਾ ਜਦੋਂ ਸਤਿਗੁਰਾਂ ਨੇ ਸਮਝਾਇਆ ਹੋਵੇਗਾ ਸਿੱਖਾਂ ਨੂੰ, ਉਦੋਂ ਇਹੋ ਹੀ ਕਿਹਾ ਸੀ ਜੋ ਮੈਂ ਅਜੋਕੇ ਸਮੇਂ 'ਚ ਕਹਿ ਰਿਹਾ ਹਾਂ। ਬਹੁਤਿਆਂ ਨੂੰ ਲੱਗਦਾ ਹੈ ਵੀ ਕਿਸੇ ਨਵੇਂ ਮਾਰਗ ਦੀ ਗੱਲ ਹੋ ਰਹੀ ਹੈ, ਇਸ ਕਰਕੇ ਲੋਕਾਂ ਨੂੰ ਸਮਝ ਵਿੱਚ ਨਹੀਂ ਆਉਂਦੀ ਹੈ। ਨਹੀਂ, ਗੱਲ ਉਸੇ ਹੀ ਭਗਤੀ ਦੀ ਹੋ ਰਹੀ ਹੈ, ਉਸੇ ਹੀ ਭਾਵਨਾ ਦੀ ਹੋ ਰਹੀ ਹੈ, ਜਿਹੜੀ ਭਾਵਨਾ ਪੁਰਾਣੇ ਸਮਿਆਂ 'ਚ ਗੁਰਸਿੱਖਾਂ ਨੇ ਸਤਿਗੁਰਾਂ 'ਤੇ ਕੀਤੀ ਸੀ। ਪਰ ਸਮਝਾਉਣ ਦਾ ਤਰੀਕਾ ਨਵਾਂ ਹੈ, ਨਵੇਂ ਯੁੱਗ ਦੇ ਹਿਸਾਬ ਦੇ ਨਾਲ ਸਮਝਾਇਆ ਜਾ ਰਿਹਾ ਹੈ। ਇਸ ਕਾਰਨ ਵੀ ਗੱਲ ਨਵੀਂ ਲੱਗਦੀ ਹੈ। ਅਤੇ ਦੂਸਰਾ ਕਾਰਨ ਇੱਕ ਹੋਰ ਵੀ ਹੈ ਕਿ ਇਹ ਜਿਹੜਾ ਯੁੱਗ ਹੈ ਨਾ, ਇਹ ਅਹੰਕਾਰ ਨਿਰਮਿਤ ਯੁੱਗ ਹੈ, ਜਿਹਦੇ ਵਿੱਚ ਅਹੰਕਾਰ ਬਹੁਤ ਜ਼ਿਆਦਾ ਵੱਧ ਰਿਹਾ ਹੈ। ਕਿਉਂਕਿ ਸੰਸਾਰੀ ਵੀ ਇਹੋ ਹੀ ਕਹਿ ਰਹੇ ਹਨ ਅਕਸਰ ਵੀ ਤੁਸੀਂ ਆਤਮ ਨਿਰਭਰ ਬਣੋ। ਇਹੋ ਹੀ ਕਹਿੰਦੇ ਹਨ ਨਾ, ਬੱਚਿਆਂ ਨੂੰ ਤੁਸੀਂ ਇਹੋ ਹੀ ਸਮਝਾਉਂਦੇ ਹੋ ਵੀ ਆਪਣਾ ਕਰਕੇ ਖਾਓ, ਆਤਮ ਨਿਰਭਰ ਬਣੋ, ਕਿਸੇ ਅੱਗੇ ਝੁਕੋ ਨਾ, ਕਿਸੇ ਅੱਗੋਂ ਮੰਗੋ ਨਾ। ਤੁਸੀਂ ਆਪ ਕਰੋ, ਖੁਦ ਨਿਰਮਿਤ ਕਰੋ, ਖੁਦ ਕੁਛ ਪਾਓ, ਕੁਛ ਹੋ, ਕੁਛ ਬਣੋ। ਇਹੋ ਹੀ ਕਹਿੰਦੇ ਹਨ ਨਾ ਸਮਾਜਿਕ ਲੋਕ, ਫਿਰ ਧਾਰਮਿਕ ਲੋਕ ਵੀ ਇਉਂ ਹੀ ਕਹਿੰਦੇ ਹਨ ਵੀ ਕੁਛ ਬਣੋ, ਕੁਛ ਕਰੋ, ਆਪਣੇ ਆਪ ਕਰੋ, ਕੁਛ ਝੁਕੋ ਨਾ ਕਿਸੇ ਸਾਹਮਣੇ। ਧਾਰਮਿਕ ਲੋਕ ਵੀ ਇਉਂ ਕਹਿੰਦੇ ਆ, ਮੰਗਣਾ ਥੋੜ੍ਹੀ ਹੈ। ਉੱਦਾਂ ਭਾਵੇਂ ਮੰਗਦੇ ਹੀ ਰਹਿੰਦੇ ਹਨ, ਪਰ ਉੱਪਰੋਂ ਇਹ ਗੱਲ ਕਹਿਣਗੇ, ਝੁਕਣਾ ਥੋੜ੍ਹੀ ਹੈ। ਅਤੇ ਹੰਕਾਰ ਨੂੰ ਪੁਸ਼ਟ ਕਰਨ ਦੀਆਂ ਹੀ ਗੱਲਾਂ ਕੀਤੀਆਂ ਜਾਂਦੀਆਂ ਹਨ ਧਾਰਮਿਕ ਜਗਤ ਦੇ ਵਿੱਚ ਵੀ। ਅਤੇ ਇਸ ਕਾਰਨ ਵੀ ਇਹ ਨਵੀਂ ਗੱਲ ਲੱਗਦੀ ਹੈ ਹੰਕਾਰੀਆਂ ਨੂੰ, ਉਲਟੀ ਲੱਗਦੀ ਹੈ। ਇਸ ਕਰਕੇ ਸਮਝ ਵਿੱਚ ਵੀ ਨਹੀਂ ਆਉਂਦੀ ਹੈ, ਕਿਉਂਕਿ ਬਿਲਕੁਲ ਧਾਰਮਿਕ ਲੋਕਾਂ ਤੋਂ ਵਿਪਰੀਤ ਗੱਲ ਹੈ।
ਕਿਉਂਕਿ ਧਾਰਮਿਕ ਲੋਕ ਵੀ ਸੰਸਾਰੀ ਭਾਸ਼ਾ ਬੋਲਦੇ ਹਨ ਤਾਂ ਸੰਸਾਰ ਤੋਂ ਵਿਪਰੀਤ ਹੁੰਦਾ ਹੈ ਵਾਸਤਵਿਕ ਧਰਮ, ਜਿਹਨੂੰ ਅਧਿਆਤਮ ਕਹਿੰਦੇ ਹਨ। ਅਤੇ ਇਸ ਕਰਕੇ ਧਰਮ ਤੋਂ ਵੀ ਵਿਪਰੀਤ ਲੱਗਦੀ ਹੈ, ਕਿਉਂਕਿ ਉਹ ਵੀ ਸੰਸਾਰ ਦਾ, ਸਮਾਜ ਦਾ ਹਿੱਸਾ ਹੀ। ਉਹ ਵੀ ਉਹੀ ਗੱਲ ਸਿਖਾ ਰਹੇ ਹਨ ਜੋ ਸਮਾਜਿਕ ਪ੍ਰਾਣੀ ਸਿਖਾਉਂਦੇ ਹਨ। ਅਤੇ ਅਜੋਕੇ ਸਮੇਂ 'ਚ ਇਹ ਜੋ ਭਗਤੀ ਦੀ ਗੱਲ ਕਰਨੀ ਬਹੁਤ ਕਠਿਨ ਹੈ। ਤੁਸੀਂ ਖਿਆਲ ਕਰੋ ਥੋੜ੍ਹਾ ਜਿਹਾ ਵੀ ਕੌਣ ਮਨੁੱਖ ਹੈ ਜਿਹੜਾ ਆਪਣੀ ਸਮਝ ਨੂੰ ਛੱਡ ਕੇ ਜੀਣਾ ਚਾਹੁੰਦਾ ਹੋਵੇ, ਆਪਣੀ ਅਕਲ ਨੂੰ ਛੱਡ ਕੇ ਜੀਣਾ ਚਾਹੁੰਦਾ ਹੋਵੇ, ਆਪਣੀ ਮੱਤ ਨੂੰ ਛੱਡ ਕੇ ਕਿਸੇ ਦੀ ਮੱਤ ਧਾਰਨ ਕਰਨ ਨੂੰ ਤਿਆਰ ਹੋਵੇ। ਕੌਣ ਹੈ ਐਸਾ? ਬਹੁਤ ਕਠਿਨ ਹੈ। ਮਨ ਕੀ ਮਤ ਤਿਆਗੋ ਹਰਜਨ, ਇਹਾ ਬਾਤ ਕਠੈਨੀ। ਕਠਿਨ ਹੈ, ਖਿਆਲ ਵਿੱਚ ਰੱਖਿਓ। ਕਿਉਂਕਿ ਆਪਣੀ ਮੱਤ, ਆਪਣੀ ਸਮਝ ਤੁਸੀਂ ਜੀਣਾ ਚਾਹੁੰਦੇ ਹੋ ਆਪਣੀ ਸਮਝ ਦੁਆਰਾ, ਜੋ ਤੁਹਾਨੂੰ ਚੰਗਾ ਲੱਗਦਾ ਹੈ। ਮੱਤ ਦਾ ਮਤਲਬ ਹੁੰਦਾ ਹੈ ਆਪਣੀ ਮੱਤ। ਤੁਹਾਡਾ ਮਤਾ ਕੀ ਹੈ? ਤੁਸੀਂ ਕੀ ਚਾਹੁੰਦੇ ਹੋ? ਜੋ ਚਾਹੁੰਦੇ ਹੋ, ਜਿਵੇਂ ਚਾਹੁੰਦੇ ਹੋ ਵੈਸੇ ਹੀ ਜੀਣਾ ਚਾਹੁੰਦੇ ਹੋ ਨਾ, ਅਤੇ ਤੁਸੀਂ ਆਪਣੀ ਮੱਤ ਨਾਲ ਹੀ ਜੀਣਾ ਚਾਹੁੰਦੇ ਹੋ। ਜੋ ਤੁਸੀਂ ਕਰਨਾ ਚਾਹੁੰਦੇ ਹੋ ਵੈਸਾ ਹੀ ਕਰਦੇ ਹੋ। ਫਿਰ ਧਾਰਮਿਕ ਜਗਤ ਦੇ ਵਿੱਚ ਵੀ ਲੋਕ ਵੈਸਾ ਹੀ ਕਰਦੇ ਹਨ ਜੈਸਾ ਉਹਨਾਂ ਦਾ ਮਨ ਚਾਹੁੰਦਾ ਹੈ। ਅਤੇ ਉਹ ਆਪਣੇ ਮਨ ਦੇ ਪਿੱਛੇ ਹੀ ਚੱਲ ਰਹੇ ਹਨ। ਖਿਆਲ ਵਿੱਚ ਰੱਖਿਓ, ਮਨ ਮਤ ਹੀ ਹੈ। ਮਨ ਮਤ ਦਾ ਭਾਵ ਹੁੰਦਾ ਜੋ ਮੇਰਾ ਮਨ ਚਾਹੁੰਦਾ ਹੈ ਮੈਂ ਕਰਦਾ ਹਾਂ। ਭਾਵੇਂ ਕੋਈ ਨਾਮ ਵੀ ਜਪ ਰਿਹਾ ਹੈ, ਭਾਵੇਂ ਕੋਈ ਸਿਮਰਨ ਕਰ ਰਿਹਾ ਹੈ, ਭਾਵੇਂ ਕੋਈ ਧਿਆਨ ਲਾ ਰਿਹਾ, ਭਾਵੇਂ ਪਾਠ ਪੂਜਾ ਕਰ ਰਿਹਾ ਹੈ। ਖਿਆਲ ਵਿੱਚ ਰੱਖਿਓ ਇਹ ਗੱਲ ਵੀ ਜਿਹੜਾ ਮਨ ਦੁਬਾਰਾ ਕਰ ਰਿਹਾ ਹੈ, ਵੀ ਉਹਦਾ ਮਨ ਚਾਹ ਰਿਹਾ ਹੈ ਇਹ ਕੰਮ ਕਰਨ ਨੂੰ, ਤਾਂ ਉਹ ਕਰ ਰਿਹਾ ਅਤੇ ਮਨ ਮਤ ਹੈ। ਮਨ ਮਤ ਦਾ ਅਰਥ ਇਹ ਨਹੀਂ ਹੈ ਜੋ ਸਿੱਖ ਕਰਦੇ ਹਨ। ਸਿੱਖਾਂ ਦੀ ਮੈਂ ਗੱਲ ਨਹੀਂ ਕਰਦਾ ਹਾਂ। ਸਿੱਖ ਤੇ ਬੇਸਮਝੀ ਦਾ ਕੰਮ ਕਰ ਰਹੇ ਹਨ। ਤੁਸੀਂ ਸਮਝੋ, ਇਹ ਥੋੜ੍ਹਾ ਜਿਹਾ ਖਿਆਲ ਕਰੋ, ਸ਼ਾਇਦ ਤੁਹਾਡੇ ਵੀ ਖਿਆਲ ਵਿੱਚ ਇਹ ਗੱਲ ਆ ਸਕੇ। ਜਿਵੇਂ ਸਿੱਖ ਕਹਿੰਦੇ ਹਨ ਗੁਰਮਤਿ ਧਾਰਨ ਕਰੋ, ਗੁਰਮਤਿ ਸਮਾਗਮ ਵੀ ਕਰਾਉਂਦੇ ਹਨ, ਅਤੇ ਗੁਰਮਤਿ ਦੀ ਬੜੀ ਚਰਚਾ ਹੁੰਦੀ ਹੈ। ਗੁਰਮਤਿ ਅਨੁਸਾਰ ਕਰਮ ਕਰੋ, ਅਤੇ ਕਈਆਂ ਨੇ ਆਹ ਗਰੁੱਪ ਵੀ ਗੁਰਮਤਿ ਦੇ ਹੀ ਬਣਾਏ ਹੋਏ ਹਨ, ਉਹਨਾਂ ਵਿੱਚ ਵੀ ਮਨਮਤ ਚੱਲਦੀ ਹੈ। ਅਤੇ ਕਹਿੰਦੇ ਹਨ ਗੁਰਮਤਿ, ਪਰ ਇਹਨਾਂ ਦੇ ਖਿਆਲ ਵਿੱਚ ਇਹ ਗੱਲ ਨਹੀਂ ਆਉਂਦੀ ਹੈ ਵੀ ਗੁਰਮਤਿ ਅਨੁਸਾਰ ਤੁਸੀਂ ਆਪਣੇ ਆਪ ਚੱਲੋਗੇ ਕਿਵੇਂ। ਅਗਰ ਤੁਸੀਂ ਕਹਿੰਦੇ ਹੋ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਚੱਲਣਾ ਹੈ। ਕਈ ਵਾਰ ਕੀ ਹੁੰਦਾ ਹੈ ਨਾ, ਜਿਵੇਂ ਕੋਈ ਸ਼੍ਰੋਮਣੀ ਕਮੇਟੀ ਵਾਲੇ ਹੈ ਜਾਂ ਹੋਰ ਕਈ ਜ਼ਿਆਦਾ ਧਾਰਮਿਕ ਕੱਟੜਪੰਥੀ ਜਥੇਦਾਰ ਇਕੱਠੇ ਹੋ ਜਾਂਦੇ ਹਨ, ਕਹਿੰਦੇ ਹਨ ਵੀ ਫੈਸਲਾ ਕਰਨ ਵੇਲੇ ਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਕਰਨਾ ਹੈ ਕੋਈ ਫੈਸਲਾ, ਉਹ ਗੁਰਮਤਿ ਅਨੁਸਾਰ ਹੋਊਗਾ। ਹੁਣ ਜਿਹੜਾ ਗੁਰੂ ਦੀ ਹਾਜ਼ਰੀ ਵਿੱਚ ਤੁਸੀਂ ਫੈਸਲਾ ਕਰ ਰਹੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹਦੇ ਵਿੱਚ ਵਿਚਾਰ ਤਾਂ ਤੁਸੀਂ ਕਰ ਰਹੇ ਹੋ ਅਤੇ ਨਿਰਣਾ ਵੀ ਤੁਸੀਂ ਕਰ ਰਹੇ ਹੋ। ਉੱਥੇ ਗੁਰਮਤਿ ਕਿੱਥੇ ਹੋਊਗੀ? ਅਗਰ ਤੁਸੀਂ ਗੁਰਬਾਣੀ ਦੇ ਅਰਥ ਵੀ ਕਰਕੇ ਉਹਦੇ 'ਤੇ ਵੀ ਅਮਲ ਕਰੋ, ਉਹ ਵੀ ਤੁਹਾਡੇ ਹੀ ਮਨਮਤ ਹੈ, ਕਿਉਂਕਿ ਅਰਥ ਤਾਂ ਤੁਸੀਂ ਕਰ ਰਹੇ ਹੋ। ਇਸੇ ਕਾਰਨ ਤੇ ਉਪਲਬਧੀ ਨਹੀਂ ਨਾ ਹੁੰਦੀ, ਕਿਉਂਕਿ ਅਰਥ ਵੀ ਅਗਰ ਆਦਮੀ ਕਰਦਾ ਹੈ ਨਾ ਸਤਿਪੁਰਖਾਂ ਦੇ ਉਪਦੇਸ਼ ਦੇ, ਉਹ ਅਰਥ ਆਪਣੇ ਹਿਸਾਬ ਨਾਲ ਕਰਦਾ ਹੈ। ਇਸ ਕਰਕੇ ਅਰਥ ਉਹਦੇ ਆਪਣੇ ਹੋ ਜਾਂਦੇ ਹਨ। ਜਿਵੇਂ ਹੁਣ ਮੈਂ ਕਹਿ ਰਿਹਾ ਹਾਂ ਕੁਛ,
ਬੋਲ ਰਿਹਾ ਹਾਂ, ਰੋਜ਼ ਤੁਸੀਂ ਰਿਕਾਰਡਿੰਗਾਂ ਸੁਣਦੇ ਵੀ ਹੋ, ਅਤੇ ਜਿੰਨੇ ਵੀ ਸਰੋਤੇ ਹਨ ਸਾਰੇ ਅਲੱਗ ਅਲੱਗ ਢੰਗ ਨਾਲ ਸਮਝਦੇ ਹਨ। ਗੱਲ ਤਾਂ ਇੱਕੋ ਹੀ ਕਹਿ ਰਿਹਾ ਹਾਂ ਮੈਂ, ਕਿਉਂਕਿ ਇੱਕ ਗੱਲ ਦੇ ਹੀ ਹਰ ਇੱਕ ਦੇ ਅਰਥ ਅਲੱਗਾ ਹੁੰਦੇ ਹਨ, ਕਿਉਂਕਿ ਸਮਝ ਅਲੱਗਾ, ਵਿਚਾਰ ਅਲੱਗਾ, ਪਕੜ ਅਲੱਗਾ, ਅਤੇ ਹਰ ਇੱਕ ਸਮਝਦਾ ਹੈ ਵੀ ਮੈਂ ਗੱਲ ਠੀਕ ਸਮਝ ਰਿਹਾ। ਪਰ ਜੋ ਸਮਝ ਰਿਹਾ ਹੈ ਉਹ ਆਪਣੀ ਸਮਝ ਦੁਆਰਾ ਹੀ ਸਮਝ ਰਿਹਾ ਹੈ, ਆਪਣੇ ਮਨ ਦੁਆਰਾ ਹੀ ਸਮਝ ਰਿਹਾ ਹੈ। ਇਸ ਕਰਕੇ ਮਨ ਮਤ ਹੈ। ਅਤੇ ਅਕਸਰ ਮੈਂ ਬਹੁਤ ਵਾਰ ਕਹਿ ਦਿੰਦਾ ਹਾਂ, ਜਦੋਂ ਤੁਸੀਂ ਵਿਚਾਰ ਕੇ ਕੋਈ ਗੱਲ ਸਮਝਦੇ ਹੋ ਉਦੋਂ ਤੁਹਾਡੀ ਹੀ ਹੈ। ਵਿਚਾਰ ਕੇ ਸਮਝੋਗੇ ਤਾਂ ਤੁਹਾਡੀ ਹੀ ਹੈ ਨਾ। ਉਹ ਜਿਵੇਂ ਪੁਸਤਕ ਤੋਂ ਵਿਚਾਰ ਕੇ ਸਮਝ ਲਈ ਜਾਂ ਲਿਖੇ ਹੋਏ ਉਪਦੇਸ਼ ਦੇ ਵਿੱਚੋਂ ਵਿਚਾਰ ਕੇ ਸਮਝ ਲਈ, ਉਹ ਤਾਂ ਤੁਹਾਡੇ ਹੀ ਹੈ। ਅਤੇ ਸਿੱਖ ਸਮਝਦੇ ਹਨ ਭਈ ਅਸੀਂ ਗੁਰੂ ਮਤ ਅਨੁਸਾਰ ਜੀਣਾ ਹੈ, ਪਰ ਗੁਰਮਤ ਅਨੁਸਾਰ ਜੀਣਗੇ ਕਿਵੇਂ? ਕਿਉਂਕਿ ਅਰਥ ਵੀ ਉਹ ਗੁਰੂ ਦੀ ਮਤ ਦੇ ਆਪ ਹੀ ਕਰ ਰਹੇ ਹਨ, ਕਿਉਂਕਿ ਉਹ ਲਿਖਿਆ ਹੋਇਆ ਹੈ ਸਾਰਾ ਕੁਛ। ਅਤੇ ਜੋ ਵੀ ਗੁਰਮਤ ਅਨੁਸਾਰ ਸਿੱਖਾਂ ਨੇ ਸਿੱਖ ਦਾ ਜੀਵਨ ਬਣਾਇਆ ਹੋਇਆ ਹੈ ਨਾ, ਤੋ ਸਾਰਾ ਲਿਖਿਆ ਹੋਇਆ ਹੈ। ਉਸੇ ਅਨੁਸਾਰ ਲਿਖੇ ਦੇ ਅਨੁਸਾਰ ਬਣਾ ਰਹੇ ਹਨ। ਪਰ ਗੁਰੂ ਜਿਹੜਾ ਹੈ ਲਿਖੇ ਦੇ ਅਨੁਸਾਰ ਥੋੜ੍ਹੀ ਚੱਲਦਾ ਹੈ। ਫਿਰ ਦੂਸਰੀ ਗੱਲ ਇੱਕ ਹੋਰ ਵੀ ਹੈ ਜੋ ਬਹੁਤ ਹੀ ਖਿਆਲ ਵਿੱਚ ਰੱਖਣ ਯੋਗ ਹੈ। ਉਹ ਇਹ ਵੀ ਜਿਵੇਂ ਇਵੇਂ ਸਮਝ ਲਵੋ ਵੀ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਕੋਲ ਬਾਬਾ ਲਹਿਣਾ ਜੀ ਰਹਿੰਦੇ ਸਨ, ਅਤੇ ਉਹਨਾਂ ਨੇ ਆਪਣੀ ਮੱਤ ਛੱਡ ਦਿੱਤੀ। ਉਹ ਪਹਿਲਾਂ ਵੈਸ਼ਨਵੀ ਸਨ ਅਤੇ ਵੈਸੇ ਕਰਮ ਕਰਦੇ ਹੋਣਗੇ, ਵੈਸੀ ਵਿਚਾਰਧਾਰਾ ਹੋਵੇਗੀ, ਵੈਸੀ ਸੋਚ ਹੋਵੇਗੀ, ਅਤੇ ਉਹਨਾਂ ਨੇ ਆਪਣੀ ਸੋਚ ਛੱਡ ਦਿੱਤੀ, ਆਪਣੀ ਵਿਚਾਰਧਾਰਾ ਛੱਡ ਦਿੱਤੀ, ਗੁਰੂ ਦੀ ਮੱਤ ਧਾਰਨ ਕੀਤੀ ਵੀ ਜੋ ਗੁਰੂ ਕਹੇਗਾ ਨਾ ਬਸ ਉਹ ਹੀ ਕਰਨਾ ਅਤੇ ਉਹ ਹੀ ਸੋਚਣਾ ਹੈ, ਅਨਥਾ ਨਹੀਂ। ਸੋਚਣਾ ਹੀ ਨਹੀਂ, ਅਵਰ ਲੋੜ ਹੀ ਨਹੀਂ ਗੁਰੂ ਸੋਚੇ, ਅਤੇ ਜੋ ਕਵੇ ਉਹ ਕਰੀ ਜਾਣਾ। ਫਿਰ ਗੁਰੂ ਜਿਹੜਾ ਹੈ ਨਾ, ਉਹ ਸ਼ਿਸ਼ ਦੇ ਜਾਂ ਸਿੱਖ ਦੇ ਮਨ ਨੂੰ ਖਤਮ ਕਰਨ ਵਾਸਤੇ ਜੋ ਉਹਦੀ ਮਨ ਦੀ ਵਿਚਾਰਧਾਰਾ ਹੈ ਨਾ, ਜੋ ਕਰਨਾ ਚਾਹੁੰਦਾ ਹੈ, ਉਹਦੇ ਤੋਂ ਉਲਟ ਕੰਮ ਦੱਸਦੇ ਹਨ, ਤਾਂ ਉਹਦਾ ਮਨ ਮਰਦਾ ਹੈ। ਮਨ ਉੱਦਾਂ ਥੋੜ੍ਹੀ ਮਰਦਾ ਹੈ। ਤੁਸੀਂ ਮਨ ਦੇ ਅਨੁਕੂਲ ਕੋਈ ਵੀ ਕਰਮ ਕਰੋਗੇ, ਭਾਵੇਂ ਤੁਸੀਂ ਭਗਤੀ ਕਰ ਰਹੇ ਹੋ ਜਾਂ ਕੋਈ ਸਾਧਨਾ ਕਰਦੇ ਹੋ ਜਾਂ ਕੋਈ ਜਪ ਤਪ ਕਰ ਰਹੇ ਹੋ, ਜੋ ਤੁਹਾਡਾ ਮਨ ਚਾਹੁੰਦਾ ਹੈ ਵੈਸਾ ਕਰ ਰਹੇ ਹੋ, ਤਾਂ ਮਨ ਥੋੜ੍ਹੀ ਮਰੇਗਾ। ਮਨ ਤਾਂ ਉਹਦੇ ਨਾਲ ਦ੍ਰਿੜ ਹੋਵੇਗਾ, ਪੱਕਾ ਹੋਵੇਗਾ। ਇੱਦਾਂ ਹੀ ਤਾਂ ਹੁੰਦਾ ਹੈ ਤਪੱਸਵੀਆਂ ਦਾ ਮਨ, ਸਾਧਕਾਂ ਦਾ ਮਨ ਹੋਰ ਵੀ ਜਟਲ ਹੋ ਜਾਂਦਾ, ਹੋਰ ਵੀ ਹੱਠੀ ਹੋ ਜਾਂਦਾ, ਹੋਰ ਵੀ ਕਠੋਰ ਹੋ ਜਾਂਦਾ, ਹੋਰ ਵੀ ਹੰਕਾਰੀ ਹੋ ਜਾਂਦਾ, ਕਿਉਂਕਿ ਉਹ ਮਨ ਦੇ ਅਨੁਸਾਰ ਹੀ ਕਰ ਰਹੇ ਹਨ। ਅਤੇ ਅਗਰ ਕੁਛ ਨਾ ਕੁਛ ਮਿਲ ਰਿਹਾ ਹੋਵੇ ਥੋੜ੍ਹਾ ਬਹੁਤਾ, ਕਈ ਹੱਟ ਜ਼ਿਆਦਾ ਕਰ ਲੈਂਦੇ ਹਨ, ਅਤੇ ਥੋੜ੍ਹਾ ਬਹੁਤਾ ਕੋਈ ਅਨੁਭਵ ਖਿਆਲ ਵਿੱਚ ਆ ਗਿਆ ਅਤੇ ਹੋਰ ਵੀ ਹੰਕਾਰ ਆ ਜਾਂਦਾ ਹੈ। ਅਤੇ ਜਿਹੜਾ ਆਪਣੇ ਮਨ ਦੇ ਅਨੁਕੂਲ ਚੱਲ ਰਿਹਾ ਹੈ ਨਾ, ਅਤੇ ਉਹ ਉਲਟੇ ਪਾਸੇ ਜਾ ਰਿਹਾ ਹੈ। ਉਹ ਭਾਵੇਂ ਸਾਧਨਾ ਵੀ ਕਰਦਾ ਹੋਵੇ, ਜਪ ਤਪ ਵੀ ਕਰਦਾ ਹੋਵੇ, ਧਾਰਮਿਕ ਕਰਮ ਵੀ ਕਰਦਾ ਹੋਵੇ, ਕਿਉਂਕਿ ਉਹ ਮਨ ਦੇ ਅਨੁਕੂਲ ਜਾ ਰਿਹਾ ਹੈ, ਜੋ ਮਨ ਚਾਹੁੰਦਾ ਹੈ ਵੈਸਾ ਕਰ ਰਿਹਾ ਹੈ। ਤੋ ਉਹ ਹੀ ਮਨਮੁਖ ਹੈ। ਅਤੇ ਭਾਵੇਂ
ਸਿੱਖ ਕਹਿੰਦੇ ਵੀ ਹਨ ਬਹੁਤ, ਅਸੀਂ ਗੁਰਮਤਿ ਅਨੁਸਾਰ ਵਿਚਰਦੇ ਹਾਂ ਜੀ, ਅਸੀਂ ਗੁਰਮਤਿ ਅਨੁਸਾਰ ਕਰਮ ਕਰਦੇ ਹਾਂ ਜੀ, ਅਸੀਂ ਗੁਰਮਤਿ ਅਨੁਸਾਰ ਵਿਚਾਰ ਕਰਦੇ ਹਾਂ। ਨਹੀਂ, ਗੁਰਮਤਿ ਅਨੁਸਾਰ ਉਦੋਂ ਕਰਮ ਹੁੰਦੇ ਹਨ ਗੁਰੂ ਮੌਜੂਦ ਹੋਵੇ ਜਦੋਂ, ਕਿਉਂਕਿ ਉਦੋਂ ਉਹ ਸਾਹਮਣੇ ਹੁੰਦਾ ਹੈ। ਅਤੇ ਜੋ ਉਹ ਕਹਿੰਦਾ ਹੈ ਨਾ, ਉਹ ਜਦੋਂ ਸਿੱਖ ਕਰਦਾ ਹੈ ਉਦੋਂ ਗੁਰਮਤਿ ਅਨੁਸਾਰ ਹੁੰਦਾ ਹੈ। ਜਿਵੇਂ ਬਾਬੇ ਲਹਿਣੇ ਨੂੰ ਇਸ਼ਾਰਾ ਕੀਤਾ ਹੈ ਨਾ, ਜਾਂ ਚਿੱਕੜ ਤੋਂ ਪੁਰਖਾ ਲਿਆ ਕਮੰਡਲ ਕੱਢ ਲਿਆ ਸੀ ਭੱਜ ਕੇ, ਉਹ ਗੁਰਮਤਿ ਅਨੁਸਾਰ ਹੈ। ਉੱਦਾਂ ਤਾਂ ਨਹੀਂ ਚਾਹੁੰਦਾ ਹੋਵੇਗਾ, ਸਾਫ ਸੁਥਰੇ ਕੱਪੜੇ ਪਾਏ ਹੋਏ ਸਾਰਿਆਂ ਵਧੀਆ। ਫਿਰ ਉਹ ਹੀ ਗੁਰੂ ਕਰਮ ਕਰਾਉਂਦਾ ਹੈ ਜਿਹਦੇ ਦੁਆਰਾ ਸਿੱਖ ਦਾ ਮਨ ਮਰੇ, ਅਤੇ ਜੋ ਸਿੱਖ ਦਾ ਮਨ ਚਾਹੁੰਦਾ ਹੈ ਉਹਦੇ ਦੁਆਰਾ ਸਿੱਖ ਦਾ ਮਨ ਮਜ਼ਬੂਤ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਇਸ ਕਰਕੇ ਭਗਤੀ ਦਾ ਮਾਰਗ ਉਲਟਾ ਹੈ, ਸਮਝ ਵਿੱਚ ਨਹੀਂ ਆਉਂਦਾ, ਕਿਉਂਕਿ ਮਨ ਦੀ ਮਤ ਤਿਆਗਣੀ ਹੈ ਅਤੇ ਇਹ ਬਹੁਤ ਕਠਿਨ ਹੈ। ਮਨ ਕੀ ਮਤ ਤਿਆਗੋ ਹਰਿ ਜਨ, ਇਹ ਬਾਤ ਕਠਿਨੀ।